ਹੈਲੋ ਸਟੂਡੈਂਟਸ। ਲਾਸਟ ਟਾਈਮ ਤੁਹਾਡੇ ਨਾਲ ਸੋਲਿਊਸ਼ਨ ਦੇ ਬਾਰੇ ਡਿਸਕਸ ਕੀਤਾ ਗਿਆ ਸੀ ਤੇ ਅੱਜ ਨੈਕਸਟ ਟੌਪਿਕ ਜੋ ਹੈ ਤੁਹਾਡਾ ਉਹ ਆਪਾਂ ਇੱਥੇ ਡਿਸਕਸ ਕਰਾਂਗੇ। ਇਹ ਜੋ ਡਿਫਰੈਂਟ ਟਾਈਪਸ ਆਫ ਸੋਲਿਊਸ਼ਨਸ ਤੁਸੀਂ ਡਿਸਕਸ ਕੀਤੇ ਹੈ ਉਹਨਾਂ ਸੋਲਿਊਸ਼ਨਸ ਦੀ ਕਨਸੈਂਟਰੇਸ਼ਨ ਫਾਈਂਡ ਕਰਨ ਦੇ ਡਿਫਰੈਂਟ ਮੈਥਡਸ ਹੁੰਦੇ ਨੇ ਤੇ ਉਹ ਮੈਥਡਸ ਇੱਥੇ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਹੀ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਕਨਸੈਂਟਰੇਸ਼ਨ ਕਿਹਨੂੰ ਕਿਹਾ ਜਾਂਦਾ ਹੈ। ਸੋ ਕਿਸੇ ਵੀ ਸੋਲਿਊਸ਼ਨ ਦੇ ਵਿੱਚ ਜੋ ਸੋਲਿਊਟ ਹੁੰਦਾ ਹੈ ਉਸ ਦੀ ਕਿੰਨੀ ਅਮਾਊਂਟ ਸੋਲਵੈਂਟ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਹੈ ਉਸ ਨੂੰ ਕਨਸੈਂਟਰੇਸ਼ਨ ਕਿਹਾ ਜਾਂਦਾ। ਜਿਵੇਂ ਆ ਡੈਫੀਨੇਸ਼ਨ ਵੀ ਇੱਥੇ ਮੈਂ ਲਿਖੀ ਹੈ ਇਸ ਦੀ, ਦ ਅਮਾਊਂਟ ਆਫ ਸੋਲਿਊਟ ਪ੍ਰੈਜ਼ੈਂਟ ਇਨ ਗਿਵਨ ਅਮਾਊਂਟ ਆਫ ਦ ਸੋਲਵੈਂਟ। ਸੋ ਇਹਨੂੰ ਕਨਸੈਂਟਰੇਸ਼ਨ ਕਿਹਾ ਜਾਂਦਾ। ਸੋ ਸਭ ਤੋਂ ਪਹਿਲਾ ਮੈਥਡ ਕਨਸੈਂਟਰੇਸ਼ਨ ਫਾਈਂਡ ਆਊਟ ਕਰਨ ਦਾ ਹੈ ਸਾਡੇ ਕੋਲ ਮਾਸ ਪਰਸੈਂਟੇਜ, ਮਾਸ ਦੀ ਪ੍ਰਤੀਸ਼ਤਤਾ ਜਿਹਨੂੰ ਕਿਹਾ ਜਾਂਦਾ ਕਿ ਕਿਸੇ ਵੀ ਸੋਲਿਊਸ਼ਨ ਦੇ ਵਿੱਚ ਜੋ ਸੋਲਿਊਟ ਹੈ ਉਸ ਦਾ ਕਿੰਨਾ ਮਾਸ ਪ੍ਰੈਜ਼ੈਂਟ ਹੈ। ਸੋ ਇਸ ਦੀ ਇੱਥੇ ਡੈਫੀਨੇਸ਼ਨ ਲਿਖੀ ਹੋਈ ਹੈ, ਇਟ ਇਜ਼ ਦ ਮਾਸ ਆਫ ਦ ਕੰਪੋਨੈਂਟ ਪਰ 100 ਗ੍ਰਾਮ ਆਫ ਦ ਸੋਲਿਊਸ਼ਨ। ਸੋ ਇਸ ਤਰ੍ਹਾਂ ਇਹਦਾ ਇੱਕ ਮੈਥਮੈਟੀਕਲ ਫਾਰਮੂਲਾ ਵੀ ਬਣਦਾ ਹੈ, ਮਾਸ ਪਰਸੈਂਟੇਜ ਇਜ਼ ਇਕੁਅਲ ਟੂ ਮਾਸ ਆਫ ਵਨ ਕੰਪੋਨੈਂਟ ਓਵਰ ਟੋਟਲ ਮਾਸ ਆਫ ਸੋਲਿਊਸ਼ਨ ਇਨਟੂ 100। ਪਰਸੈਂਟੇਜ ਪਤਾ ਕਰਨ ਦੇ ਲਈ ਨਾਲ 100 ਦੇ ਨਾਲ ਮਲਟੀਪਲਾਈ ਕੀਤਾ ਜਾਂਦਾ ਹੈ। ਸੋ ਜੇਕਰ ਆਪਾਂ ਪਤਾ ਕਰਨਾ ਹੋਵੇ ਕਿ ਕਿਸੇ ਵੀ ਸੋਲਵੈਂਟ ਦੇ ਵਿੱਚ ਸੋਲਿਊਟ ਦੀ ਕਿੰਨੀ ਅਮਾਊਂਟ ਪ੍ਰੈਜ਼ੈਂਟ ਹੈ 100 ਗ੍ਰਾਮ ਦੇ ਵਿੱਚ, ਤਾਂ ਉਹ ਇਸ ਮੈਥਡ ਦੇ ਦੁਆਰਾ ਪਤਾ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਨੈਕਸਟ ਦੂਜਾ ਮੈਥਡ ਹੁੰਦਾ ਹੈ ਕਨਸੈਂਟਰੇਸ਼ਨ ਮੈਜ਼ਰ ਕਰਨ ਦਾ, ਵੋਲਿਊਮ ਪਰਸੈਂਟੇਜ। ਪਹਿਲਾ ਸੀ ਮਾਸ ਪਰਸੈਂਟੇਜ ਕਿ ਮਾਸ ਦੇ ਅਕੋਰਡਿੰਗ ਕਨਸੈਂਟਰੇਸ਼ਨ ਪਤਾ ਕਰਨੀ, ਦੂਜਾ ਹੈ ਵੋਲਿਊਮ ਪਰਸੈਂਟੇਜ ਕਿ ਵੋਲਿਊਮ ਦੇ ਅਕੋਰਡਿੰਗ ਕਨਸੈਂਟਰੇਸ਼ਨ ਬਾਰੇ ਫਾਈਂਡ ਆਊਟ ਕਰਨਾ। ਸੋ ਇਸ ਦਾ ਮੈਥਡ ਹੁੰਦਾ ਹੈ ਸਾਡੇ ਕੋਲ ਕਿ ਕਿਸੇ ਵੀ ਸੋਲਿਊਸ਼ਨ ਦੇ ਵਿੱਚ ਕਿੰਨੀ ਸੋਲਿਊਟ ਦੀ ਅਮਾਊਂਟ ਜਿਹੜੀ ਹੈ ਉਹ ਵੋਲਿਊਮ ਦੇ ਅਕੋਰਡਿੰਗ ਪ੍ਰੈਜ਼ੈਂਟ ਹੁੰਦੀ ਹੈ। ਤੇ ਇਸ ਦੀ ਡੈਫੀਨੇਸ਼ਨ ਵੀ ਹੈ, ਇਟ ਇਜ਼ ਦ ਵੋਲਿਊਮ ਆਫ ਦ ਕੰਪੋਨੈਂਟ ਪਰ 100 ਪਾਰਟਸ ਬਾਈ ਵੋਲਿਊਮ ਆਫ ਦ ਸੋਲਿਊਸ਼ਨ। ਤੇ ਮੈਥਮੈਟੀਕਲ ਫਾਰਮੂਲੇਸ਼ਨ ਹੈ ਇਸ ਦੀ, ਵੋਲਿਊਮ ਆਫ ਵਨ ਕੰਪੋਨੈਂਟ ਓਵਰ ਟੋਟਲ ਵੋਲਿਊਮ ਆਫ ਸੋਲਿਊਸ਼ਨ ਇਨਟੂ 100। ਉਸੇ ਤਰ੍ਹਾਂ ਹੀ ਪਰਸੈਂਟੇਜ ਪਤਾ ਕਰਨ ਦੇ ਲਈ ਇੱਥੇ ਵੀ 100 ਦੇ ਨਾਲ ਮਲਟੀਪਲਾਈ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਨੈਕਸਟ ਮੈਥਡ ਆਉਂਦਾ ਹੈ ਕਨਸੈਂਟਰੇਸ਼ਨ ਮੈਜ਼ਰ ਕਰਨ ਦਾ, ਪਾਰਟਸ ਪਰ ਮਿਲੀਅਨ। ਪਾਰਟਸ ਪਰ ਮਿਲੀਅਨ ਸ਼ਾਰਟ ਫਾਰਮ 'ਚ ਇਹਨੂੰ PPMB ਕਿਹਾ ਜਾਂਦਾ ਹੈ। ਪਰ ਮਿਲੀਅਨ ਮੀਨਸ 10 ਰੇਜ਼ਡ ਪਾਵਰ 6 ਕਿ 10 ਰੇਜ਼ਡ ਪਾਵਰ 6 ਜੇਕਰ ਅਮਾਊਂਟ ਹੋਵੇ ਸੋਲਿਊਸ਼ਨ ਦੀ ਤਾਂ ਉਹਦੇ ਵਿੱਚ ਸੋਲਿਊਟ ਦੀ ਕਿੰਨੀ ਅਮਾਊਂਟ ਪ੍ਰੈਜ਼ੈਂਟ ਹੈ। ਸੋ ਇਹਦਾ ਮੈਥਡ ਹੈ ਪਤਾ ਕਰਨ ਦਾ, ਇਟ ਇਜ਼ ਦ ਪਾਰਟਸ ਆਫ ਏ ਕੰਪੋਨੈਂਟ ਪਰ ਮਿਲੀਅਨ ਪਾਰਟਸ ਆਫ ਦਾ ਸੋਲਿਊਸ਼ਨ। ਸੋ ਇਸ ਦੀ ਵੀ ਮੈਥਮੈਟੀਕਲ ਫਾਰਮੂਲੇਸ਼ਨ ਹੈ, PPM ਇਜ਼ ਇਕੁਅਲ ਟੂ ਮਾਸ ਆਫ ਵਨ ਕੰਪੋਨੈਂਟ ਓਵਰ ਟੋਟਲ ਮਾਸ ਆਫ ਸੋਲਿਊਸ਼ਨ ਇਨਟੂ 10 ਰੇਜ਼ਡ ਪਾਵਰ 6। ਮੀਨਸ 1 ਮਿਲੀਅਨ ਦੇ ਵਿੱਚ ਕਿਸੇ ਵੀ ਸੋਲਿਊਸ਼ਨ ਦੇ ਵਿੱਚ ਕਿੰਨੀ ਕੰਪੋਨੈਂਟ ਦੀ ਅਮਾਊਂਟ ਜਿਹੜੀ ਹੈ ਉਹ ਪ੍ਰੈਜ਼ੈਂਟ ਹੈ। ਇਸ ਤੋਂ ਬਾਅਦ ਨੈਕਸਟ ਜੋ ਮੈਥਡ ਹੈ ਸਾਡੇ ਕੋਲ ਕਨਸੈਂਟਰੇਸ਼ਨ ਮੈਜ਼ਰ ਕਰਨ ਦਾ, ਉਹ ਹੁੰਦਾ ਹੈ ਮੋਲੈਰਿਟੀ। ਮੋਲੈਰਿਟੀ ਕੈਪੀਟਲ M ਦੇ ਨਾਲ ਇਹਨੂੰ ਡਿਨੋਟ ਕਰਦੇ ਹਾਂ। ਸੋ ਮੋਲੈਰਿਟੀ ਹੁੰਦੀ ਹੈ ਦਾ ਨੰਬਰ ਆਫ ਮੋਲਸ ਆਫ ਸੋਲਿਊਟ ਡਿਜ਼ੋਲਵਡ ਪਰ ਲੀਟਰ ਆਫ ਦਾ ਸੋਲਿਊਸ਼ਨ। ਕਿ ਸੋਲਿਊਸ਼ਨ ਦਾ 1 ਲੀਟਰ ਅਮਾਊਂਟ ਲਈ ਜਾਵੇ ਤਾਂ ਉਹਦੇ ਵਿੱਚ ਕਿਸੇ ਸੋਲਿਊਟ ਦੇ ਕਿੰਨੇ ਨੰਬਰ ਆਫ ਮੋਲਸ ਪ੍ਰੈਜ਼ੈਂਟ ਨੇ। ਮੈਥਮੈਟੀਕਲ ਫਾਰਮੂਲੇਸ਼ਨ ਵੀ ਹੈ ਇਸ ਦੀ, ਨੰਬਰ ਆਫ ਮੋਲਸ ਆਫ ਸੋਲਿਊਟ ਓਵਰ ਵੋਲਿਊਮ ਆਫ ਸੋਲਿਊਸ਼ਨ ਇਨ ਲੀਟਰਸ। ਜੇਕਰ ਸੋਲਿਊਸ਼ਨ ਮਿਲੀਲੀਟਰ ਦੇ ਵਿੱਚ ਲਿਆ ਜਾਂਦਾ ਹੈ ਤਾਂ ਨਾਲ 1000 ਦੇ ਨਾਲ ਮਲਟੀਪਲਾਈ ਕਰ ਲਿਆ ਜਾਂਦਾ ਹੈ ਤੇ ਇਹ ਦੂਜੀ ਫਾਰਮੂਲੇਸ਼ਨ ਬਣ ਜਾਂਦੀ ਹੈ ਇਸ ਦੀ, ਨੰਬਰ ਆਫ ਮੋਲਸ ਆਫ ਸੋਲਿਊਟ ਓਵਰ ਵੋਲਿਊਮ ਆਫ ਸੋਲਿਊਸ਼ਨ ਇਨ ਮਿਲੀਲੀਟਰਸ ਇਨਟੂ 1000। ਨੰਬਰ ਆਫ ਮੋਲਸ ਜਿਹੜੇ ਨੇ ਕਿਵੇਂ ਕੈਲਕੂਲੇਟ ਕੀਤੇ ਜਾਂਦੇ ਆ ਕਿ ਕੋਈ ਵੀ ਸੋਲਿਊਟ ਇਸ ਦਾ ਮਾਸ ਕਿੰਨਾ ਤੁਹਾਨੂੰ ਗਿਵਨ ਹੈ ਤੇ ਉਸ ਦਾ ਮੋਲਰ ਮਾਸ ਕਿੰਨਾ ਉਹਦੇ ਨਾਲ ਡਿਵਾਈਡ ਕਰ ਦਿੱਤਾ ਜਾਂਦਾ ਹੈ। ਇਹ ਤੁਸੀਂ ਟੌਪਿਕ ਜੋ ਹੈ ਇਹ +1 ਦੇ ਵਿੱਚ ਕਰ ਚੁੱਕੇ ਹੈ ਤੇ ਇਸ ਤੇ ਬੇਸਡ ਨੂਮੈਰੀਕਲ ਹੁਣ ਆਪਾਂ ਇੱਥੇ ਡਿਸਕਸ ਕਰਾਂਗੇ। ਨੂਮੈਰੀਕਲ ਹੈ ਕਿ 4.02 ਗ੍ਰਾਮ ਆਫ ਸੋਡੀਅਮ ਕਾਰਬੋਨੇਟ ਜਿਸ ਦਾ ਮੋਲਰ ਮਾਸ ਤੁਹਾਨੂੰ ਪਹਿਲਾਂ ਹੀ ਗਿਵਨ ਹੈ 106 ਆਰ ਡਿਜ਼ੋਲਵਡ ਇਨ ਵਾਟਰ ਐਂਡ the solution is made to 250 centimeter cube in a container. Calculate its molarity. 250 centimeter cubes ਜਿਹੜਾ ਹੈ ਇਹ 250 ਮਿਲੀਲੀਟਰ ਦੇ ਬਰਾਬਰ, ਕਿਉਂਕਿ 1 ਸੈਂਟੀਮੀਟਰ ਕਿਊਬ 1 ਮਿਲੀਲੀਟਰ ਲਿਆ ਜਾਂਦਾ ਹੈ। ਸੋ ਇਸ ਕਰਕੇ 250 ਸੈਂਟੀਮੀਟਰ ਕਿਊਬ ਮੀਨਸ 250 ਮਿਲੀਲੀਟਰ। ਸੋ ਸਭ ਤੋਂ ਪਹਿਲਾਂ ਆਪਾਂ ਇੱਥੇ ਮੋਲੈਰਿਟੀ ਦਾ ਜੋ ਫਾਰਮੂਲਾ ਉਹ ਲਿਖਾਂਗੇ,
molarity is equal to number of moles of solute over volume of solution in milliliter or centimeter cube into 1000। ਇਹਨੂੰ ਇਕੁਏਸ਼ਨ ਨੰਬਰ 1 ਪਾ ਲਿਆ ਜਾਂਦਾ ਹੈ। ਸਭ ਤੋਂ ਪਹਿਲਾਂ ਇੱਥੇ ਨੰਬਰ ਆਫ ਮੋਲਸ ਜਿਹੜੇ ਨੇ ਉਹ ਫਾਈਂਡ ਆਊਟ ਕਰਾਂਗੇ। ਗਿਵਨ ਮਾਸ ਅਪੋਨ ਮੋਲਰ ਮਾਸ। ਗਿਵਨ ਮਾਸ ਹੈ 4.02 ਗ੍ਰਾਮ, ਮੋਲਰ ਮਾਸ ਹੁੰਦਾ ਹੈ 106। ਸੋ ਇਹ ਕੈਲਕੂਲੇਟ ਕਰਕੇ ਇਸ ਦੀ ਅਮਾਊਂਟ ਆ ਜਾਂਦੀ ਹੈ 0.0379। ਸੋ ਦੀਜ਼ ਆਰ ਦ ਨੰਬਰ ਆਫ ਮੋਲਸ। ਅਤੇ ਇੱਥੇ ਫਿਰ ਇਕੁਏਸ਼ਨ ਨੰਬਰ 1 ਦੇ ਵਿੱਚ ਨੰਬਰ ਆਫ ਮੋਲਸ ਦੀ ਵੈਲਿਊ ਪੁੱਟ ਕਰ ਦਿੱਤੀ ਡਿਵਾਈਡਡ ਬਾਏ 250 ml ਇੰਟੂ 1000। ਸੋ ਇਹ ਕੈਲਕੂਲੇਟ ਕਰਕੇ ਜੋ ਮੋਲੈਰਿਟੀ ਦੀ ਵੈਲਿਊ ਹੈ ਉਹ ਆ ਜਾਂਦੀ ਹੈ 0.15 ਮੋਲ ਪਰ ਲੀਟਰ। ਇਹ ਮੋਲੈਰਿਟੀ ਦੇ ਯੂਨਿਟ ਹੁੰਦੇ ਆ ਕਿਉਂਕਿ ਇਹ ਨੰਬਰ ਆਫ ਮੋਲਸ ਇਹਨੂੰ ਮੋਲ ਲਿਆ ਜਾਂਦਾ ਹੈ। ਅਤੇ ਇੱਥੇ 250 ਮਿਲੀਲੀਟਰ ਅਤੇ ਇਹ ਸਾਡੇ ਕੋਲ 1000 ਮਿਲੀਲੀਟਰ ਇੰਟੂ ਪਰ ਲੀਟਰ ਇਸ ਤਰ੍ਹਾਂ ਲਿਆ ਜਾਂਦਾ ਹੈ। ਸੋ ਪਰ ਲੀਟਰ ਹੋ ਗਿਆ, ਆ ਮਿਲੀਲੀਟਰ ਅਤੇ ਮਿਲੀਲੀਟਰ ਕੈਂਸਲ ਹੋ ਜਾਂਦੇ ਆ ਅਤੇ ਇੱਥੇ ਮੋਲ ਹੁੰਦੇ ਆ। ਸੋ ਯੂਨਿਟ ਹੋ ਗਏ ਮੋਲ ਪਰ ਲੀਟਰ। ਸੋ ਇਹ ਸਭ ਤੋਂ ਪਹਿਲਾ ਨੂਮੈਰੀਕਲ ਹੈ ਮੋਲੈਰਿਟੀ ਦਾ। ਤੁਸੀਂ ਜਿਨ੍ਹਾਂ ਦੇ ਕੋਲ +2 ਦੀਆਂ ਬੁੱਕਸ ਨੇ ਉਹ ਹੋਰ ਨੂਮੈਰੀਕਲ ਨੇ ਮੋਲੈਰਿਟੀ ਦੇ ਬੇਸਡ ਹੋਰ ਗਿਵਨ ਨੇ ਸਾਨੂੰ, ਜਾਂ ਫਿਰ +1 ਦੀਆਂ ਜੋ ਬੁੱਕਸ ਨੇ ਉਸ ਦੇ ਵਿੱਚ ਸਭ ਤੋਂ ਪਹਿਲਾ ਜੋ ਤੁਹਾਡਾ ਚੈਪਟਰ ਹੈ ਉਸ ਦੇ ਵਿੱਚ ਵੀ ਮੋਲੈਰਿਟੀ 'ਤੇ ਬੇਸਡ ਨੂਮੈਰੀਕਲਸ ਗਿਵਨ ਨੇ। ਇਸ ਮੈਥਡ ਦੇ ਦੁਆਰਾ ਹੋਰ ਤੁਸੀਂ ਨੂਮੈਰੀਕਲਸ ਜਿਹੜੇ ਉਹ ਸੋਲਵ ਕਰਕੇ ਦੇਖੋ। ਅਗਰ ਕੋਈ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਫੋਟੋ ਕਲਿੱਕ ਕਰਕੇ ਮੈਨੂੰ ਗਰੁੱਪ ਦੇ ਵਿੱਚ ਪਾ ਸਕਦੇ ਹੋ। ਥੈਂਕ ਯੂ।